ਸੋ ਮੈਂ ਲਾਈਕ ਕਿੰਨੇ ਦਿਨਾਂ ਤੋਂ ਇਸ ਚੀਜ਼ ਵਾਸਤੇ ਦੁਆ ਕਰ ਰਹੀ ਸੀ ਕਿ ਪ੍ਰਭੂ ਨੇ ਮੈਨੂੰ ਕੀ ਸਿਖਾਉਣਾ ਮੰਗਦਾ ਇਸ ਟਾਈਮ ਦੇ ਵਿੱਚ ਜੋ ਕਰੋਨਾ ਦੇ ਥਰੂ ਦੇ ਆਪਾਂ ਜਾਂਦੇ ਪਏ ਆ, ਰਾਈਟ। ਸੋ ਲੇਟਲੀ ਮੈਂ ਲਾਈਕ ਕਾਫੀ ਜਿੱਦਾਂ ਬੁੱਕਸ ਵੀ ਪੜ੍ਹੀ ਜਾਂਦੀ ਸੀ, ਕਿੰਨੇ ਮੈਸੇजेस ਵੀ ਸੁਣੇ। ਮੈਨੂੰ ਪ੍ਰਭੂ ਨੇ ਮੇਰੇ ਨਾਲ ਜਿਹੜੀ ਮੈਂ ਆਪਦੇ ਤੇ ਵਰਕ ਕਰਦੀ ਪਈ ਸੀ ਉਹ ਆਈਡੈਂਟੀਟੀ ਦੇ ਉੱਤੇ ਵਰਕ ਕਰਦੀ ਸੀ ਕਿ ਹੂ ਯੂ ਆਰ, ਕਿ ਆਪਣੀ ਆਈਡੈਂਟੀਟੀ ਕੀ, ਆਪਾਂ ਕੌਣ ਆ, ਰਾਈਟ। ਕਿ ਆਪਣਾ ਸਟੇਟਸ ਆਪਾਂ ਨੂੰ ਦੱਸਦਾ ਕਿ ਆਪਾਂ ਕੌਣ ਆ, ਕਿ ਆਪਣੇ ਪੇਰੈਂਟਸ ਆਪਣੇ ਆ ਕੌਣ ਹੈਗੇ ਆ, ਉਹਨਾਂ ਦੇ ਅਕੋਰਡਿੰਗ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਕੌਣ ਆ, ਰਾਈਟ। ਕਿ ਲੋਕੀ ਆਪਣੇ ਬਾਰੇ ਕੀ ਕਹਿੰਦੇ ਆਪਾਂ ਉਹਦੇ ਅਕੋਰਡਿੰਗ ਸੋਚਦੇ ਕਿ ਆਪਣੀ ਆਈਡੈਂਟੀਟੀ ਕੀ ਆ, ਰਾਈਟ। ਲੇਟਲੀ ਲਾਈਕ ਹੁਣ ਜਿਵੇਂ ਸਭ ਨੂੰ ਪਤਾ ਕਿ ਮੈਂ ਬੈਂਕ 'ਚ ਕੰਮ ਕਰਦੀ ਹਾਂ, ਤਾਂ ਕੋਈ ਵੀ ਆਉਂਦਾ ਇੱਕ ਅਕਾਊਂਟ ਓਪਨ ਕਰਨ ਵਾਸਤੇ ਵੀ, ਕੋਈ ਸਿੰਪਲ ਚੀਜ਼ ਵਾਸਤੇ ਵੀ ਕੋਈ ਆਉਂਦਾ ਤਾਂ ਅਸੀਂ ਸਭ ਤੋਂ ਪਹਿਲਾਂ ਉਹਦੀ ਆਈਡੀ ਮੰਗਦੇ ਹਾਂ। ਅਸੀਂ ਉਹਨੂੰ ਇਹੀ ਪੁੱਛਦੇ ਹਾਂ ਕਿ ਤੁਹਾਡੀ ਆਈਡੀ ਕੀ ਆ, ਬ੍ਰਿੰਗ ਯੋਰ ਆਈਡੀ, ਸਾਨੂੰ ਆਪਦੀ ਆਈਡੀ ਦਿਖਾਓ, ਤੁਸੀਂ ਤੁਹਾਡਾ ਨਾਮ ਕੀ ਹੈ, ਤੁਸੀਂ ਕਿੱਥੇ ਰਹਿੰਦੇ ਆ, ਤੁਸੀਂ ਸਾਨੂੰ ਉਹਨੂੰ ਪ੍ਰੂਫ ਮਿਲਦਾ। ਕਿਉਂਕਿ ਆਪਾਂ ਨੂੰ ਵੀ ਪਤਾ ਕਿ ਅੱਜ ਕੱਲ ਆਈਡੀ ਤੋਂ, ਆਈਡੈਂਟੀਟੀ ਤੋਂ ਬਿਨਾਂ ਤੁਸੀਂ ਕਿਤੇ ਨਾ ਟਰੈਵਲ ਕਰ ਸਕਦੇ ਆ, ਨਾ ਤੁਸੀਂ ਰਹਿ ਸਕਦੇ ਆ। ਤੁਹਾਨੂੰ ਇਸ ਚੀਜ਼ ਦੀ ਬਹੁਤ ਇੰਪੋਰਟੈਂਸ ਪੈਂਦੀ ਹੈ ਕਿ ਆਪਾਂ ਨੂੰ ਜਿਹੜੀ ਆਈਡੈਂਟੀਟੀ ਆ ਉਹ ਬਹੁਤ ਇੰਪੋਰਟੈਂਟ ਹੈਗੀ ਆ, ਰਾਈਟ। ਸੋ ਇਹ ਤਾਂ ਹੋ ਗਈ ਆਪਣੀ ਫਿਜ਼ੀਕਲ ਆਈਡੈਂਟੀਟੀ। ਮੈਂ ਅੱਜ ਦੇ ਲਈ ਸਿਰਫ 3 ਪੁਆਇੰਟਸ ਹੀ ਚੂਜ਼ ਕੀਤੇ ਸੀ। ਪਹਿਲੇ ਦੇ ਵਿੱਚ ਇਹ ਪੁਆਇੰਟ ਚੂਜ਼ ਕੀਤਾ ਸੀ ਕਿ ਆਪਣੀ ਆਈਡੈਂਟੀਟੀ ਵਰਲਡ ਦੇ ਵਿੱਚ ਕੀ ਆ। ਉਹਦੇ ਮਤਲਬ ਇਹ ਕਿ ਲੋਕੀ ਆਪਣੇ ਬਾਰੇ ਕੀ ਸੋਚਦੇ ਆ, ਆਪਾਂ ਹੂ ਵੀ ਆਰ, ਰਾਈਟ। ਆਫ ਕੋਰਸ ਆਪਣਾ ਜੈਂਡਰ ਕੀ ਆ, ਰਾਈਟ, ਆਪਣੀ ਫਿਜ਼ੀਕਲ ਅਪੀਅਰੈਂਸ ਕਿੱਦਾਂ ਦੀ ਆ, ਆਪਾਂ ਕਿੱਥੋਂ ਬਿਲੋਂਗ ਕਰਦੇ ਆ, ਕਿਹੜੀ ਕੰਟਰੀ 'ਚ ਰਹਿੰਦੇ ਆ, ਉਹ ਸਾਰੀਆਂ ਚੀਜ਼ਾਂ ਆਪਣੀ ਪ੍ਰੈਜ਼ੈਂਟ ਵਰਲਡਲੀ ਆਈਡੈਂਟੀਟੀ ਆ। ਫਿਰ ਸੈਕਿੰਡ ਪੁਆਇੰਟ ਮੈਂ ਚੂਜ਼ ਦੇ ਵਿੱਚ ਸੀ ਕਿ ਪਰਮਾਤਮਾ ਦੇ ਵਿੱਚ ਆਪਣੀ ਕੀ ਆਈਡੈਂਟੀਟੀ ਆ। ਨਾਟ ਐਵਰੀਬਡੀ ਇਜ਼ ਅ ਬਿਲੀਵਰ, ਹਰ ਇੱਕ ਨੂੰ ਪ੍ਰਭੂ ਦੇ ਬਾਰੇ ਨਹੀਂ ਪਤਾ। ਆਪਾਂ ਹੁਣੇ ਈਸਟਰ ਦੇ ਥਰੂ ਨਿਕਲੇ, ਉਸ ਤੋਂ ਬਾਅਦ ਆਪਾਂ ਨੂੰ ਜਦੋਂ ਆਪਾਂ ਹੁਣ ਪਵਿੱਤਰ ਆਤਮਾ ਦੇ ਬਾਰੇ ਸਿੱਖਦੇ ਪਏ ਆ ਕਿ ਵਟ ਡਜ਼ ਆਪਣੀ ਪਵਿੱਤਰ ਆਤਮਾ ਆਪਣੇ ਤੋਂ ਕੀ ਚਾਹੁੰਦੀ ਆ, ਰਾਈਟ, ਕਿ ਆਪਾਂ ਨੂੰ ਕਿਸ ਤਰੀਕੇ ਨਾਲ ਗਾਈਡ ਕਰਦੀ ਆ। ਸੋ ਉਹ ਚੀਜ਼ਾਂ ਦੇ ਅਕੋਰਡਿੰਗ ਫਿਰ ਮੈਂ ਜਦੋਂ ਇਸ ਚੀਜ਼ ਬਾਰੇ ਸੋਚ ਰਹੀ ਸੀ ਕਿ ਪ੍ਰਭੂ ਦੇ ਵਿੱਚ ਆਪਣੀ ਆਈਡੈਂਟੀਟੀ ਕੀ ਆ, ਬਿਕੋਜ਼ ਲੋਕਾਂ ਦਾ ਕੰਮ ਆ ਬੋਲਣਾ, ਉਹ ਆਪਾਂ ਨੂੰ ਦੱਸਦੇ ਆ। ਔਰ ਫਿਰ ਇੱਕ ਚੀਜ਼ ਦੇ ਮੈਨੂੰ ਸਮਝ ਪਈ ਕਿ ਇਹ ਜਿਹੜੀ ਜੋ ਲੜਾਈ ਜਦੋਂ ਆਪਾਂ ਆਪਣੀ ਆਈਡੈਂਟੀਟੀ ਪਰਮੇਸ਼ਵਰ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦੇ ਨਾ, ਸੋ ਉਹਦੇ ਵਿੱਚ ਇਹ ਹੁੰਦਾ ਕਿ ਆਪਣੀ ਜਿਹੜੀ ਲੜਾਈ ਹੈ ਨਾ, ਇਟਸ ਨਾਟ ਵਿਦ ਹਿਊਮਨ ਬੀਇੰਗਸ ਕਿ ਉਹ ਬੰਦੇ ਨੇ ਮੈਨੂੰ ਕਿਹਾ ਤੇ ਆਪਾਂ ਉਸ ਚੀਜ਼ ਨਾਲ ਡਾਊਨ ਹੋ ਗਏ। ਪਰਮੇਸ਼ਵਰ ਆਪਾਂ ਨੂੰ ਸਪਿਰਿਟ ਦੇ ਥਰੂ ਲੀਡ ਕਰਨਾ ਮੰਗਦਾ। ਸੋ ਮੈਂ ਜਦੋਂ ਡਿਵੋਸ਼ਨ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਮੈਨੂੰ ਰੋਮਨਸ ਚੈਪਟਰ 8 ਆਇਆ। ਸਾਰਾ ਚੈਪਟਰ ਮੈਂ ਪੜ੍ਹਿਆ, ਪਰ ਉਹ 'ਚ ਕੁਝ ਕੁ ਵਰਸਸ ਜਿਹੜੇ ਮੈਨੂੰ ਸੀ ਬਹੁਤ ਸਟਿਕ ਆਊਟ ਕੀਤੇ, ਜਿਹੜੇ ਕਿ ਆਪਾਂ ਪੜ੍ਹ ਸਕਦੇ ਹਾਂ ਰੋਮਨਸ ਚੈਪਟਰ 8 ਵਰਸ 14 ਤੋਂ ਲੈ ਕੇ 17 ਤੱਕ। ਸੋ ਪੇਜ ਨੰਬਰ ਪੰਜਾਬੀ ਦੀ ਬਾਈਬਲ ਦੇ ਵਿੱਚੋਂ 277 ਪੇਜ ਹੈਗਾ, ਉਹਦੇ ਚੋਂ ਮੈਂ ਪੰਜਾਬੀ 'ਚ ਪੜ੍ਹਦੀ ਹਾਂ, ਓਕੇ। ਕਿਉਂਕਿ ਜਿਹੜੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹ ਪਰਮੇਸ਼ਵਰ ਦੇ ਪੁੱਤਰ ਹਨ। ਸੋ ਜਦੋਂ ਇਹ ਮੈਂ ਵਰਸ ਪੜ੍ਹਿਆ ਉਹਦੇ 'ਚ ਮੈਨੂੰ ਬਹੁਤ ਇੰਪੋਰਟੈਂਟ ਇਹ ਚੀਜ਼ ਮੈਨੂੰ ਕਲਿੱਕ ਇਨ ਕੀਤੀ ਔਰ ਮੈਨੂੰ ਇਹਨੇ ਬਹੁਤ ਹੈਲਪ ਕੀਤਾ, ਜੋ ਇਹ ਦੱਸਿਆ ਕਿ ਜਦੋਂ ਆਪਾਂ ਪਰਮੇਸ਼ਵਰ ਦੇ ਨੂੰ ਬਿਲੀਵ ਕਰਨਾ ਸ਼ੁਰੂ ਕਰਦੇ ਹਾਂ, ਜਦੋਂ ਉਹਦੀ ਆਤਮਾ ਆਪਣੇ ਵਿੱਚ ਆਉਂਦੀ ਆ ਜਾਂ ਆਪਾਂ ਉਹਨੂੰ ਬਿਲੀਵ ਕਰਦੇ ਹਾਂ, ਆਪਾਂ ਨੂੰ ਉਹਦੀ ਸਪਿਰਿਟ ਦੀ ਹਜ਼ੂਰੀ ਮਹਿਸੂਸ ਹੋਣੀ ਸ਼ੁਰੂ ਕਰਦੀ, ਤੇ ਦੈਟ ਮੀਨਸ ਆਪਾਂ ਪਰਮੇਸ਼ਵਰ ਦੇ ਬੱਚੇ ਬਣ ਗਏ, ਪਰਮੇਸ਼ਵਰ ਦੇ ਪੁੱਤਰ ਹੋ ਗਏ। ਸੋ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਦੁਨੀਆ ਆਪਣੇ ਲਈ ਕੀ ਸੋਚਦੀ, ਉਹ ਚੀਜ਼ ਆਪਣੇ ਲਈ ਮਾਇਨੇ ਰੱਖਣੀ ਘੱਟ ਜਾਂਦੀ ਹੈ ਕਿ ਵੀ ਸਟਾਰਟ ਫੋਕਸਿੰਗ ਕਿ ਪਰਮੇਸ਼ਵਰ ਆਪਣੇ ਵਾਸਤੇ ਕੀ ਸੋਚਦਾ। ਉਹ ਜਿਹੜਾ ਆਤਮਾ ਜਿਹੜਾ ਤੁਹਾਨੂੰ ਪਰਮੇਸ਼ਵਰ ਵੱਲੋਂ ਮਿਲਿਆ ਹੈ, ਦਾਸਤਾ ਦਾ ਨਹੀਂ ਹੈ ਕਿ ਤੁਸੀਂ ਫਿਰ ਡਰੋ, ਪਰ ਇਹ ਤਾਂ ਅੰਗੀਕਾਰਨ ਦਾ ਆਤਮਾ ਹੈ ਜਿਸ ਦੁਆਰਾ ਅਸੀਂ ਪੁਕਾਰ ਉੱਠਦੇ ਹਾਂ, ਅੱਬਾ, ਅਰਥਾਤ ਹੇ ਪਿਤਾ। ਸੋ ਜਦੋਂ ਪਰਮੇਸ਼ਵਰ ਨੇ ਆਪਣੀ ਜਾਨ ਸਲੀਬ ਦੇ ਉੱਤੇ ਦੇਤੀ ਔਰ ਆਪਾਂ ਨੂੰ ਪਵਿੱਤਰ ਆਤਮਾ ਦੀ ਅਗਵਾਈ ਦੇਤੀ, ਸੋ ਉਹਦੇ ਨੇ ਆਪਾਂ ਨੂੰ ਇੱਕ ਬਹੁਤ ਵੱਡੀ ਬਲੈਸਿੰਗ ਮਿਲੀ ਆ, ਜਿਹਦਾ ਕੀ ਮਤਲਬ ਹੈ ਕਿ ਇਨਹੈਰੀਟੈਂਸ, ਕਿ we are called his daughters and son। ਇੱਕ ਜਿਵੇਂ ਹੁਣ ਕੋਈ ਆਪਾਂ ਜੇ ਸੋਚ ਕੇ ਦੇਖੀਏ ਕਿਸੇ ਫੈਮਿਲੀ ਦੇ ਵਿੱਚ ਅਗਰ ਕਿਸੇ ਦਾ ਕੋਈ ਪੇਰੈਂਟਸ ਨਹੀਂ ਹੈਗੇ, ਉਸ ਬੱਚੇ ਨੂੰ ਕੋਈ ਪੇਰੈਂਟਸ ਅਡਾਪਟ ਕਰ ਲੈਂਦੇ ਆ, ਰਾਈਟ। ਆਬਵੀਅਸਲੀ ਉਹ ਉਸ ਫੈਮਿਲੀ ਦਾ ਪਾਰਟ ਬਣ ਗਿਆ। ਸੋ ਜੋ ਉਸ ਫੈਮਿਲੀ ਦੀਆਂ ਚੰਗੀਆਂ ਚੀਜ਼ਾਂ, ਬੁਰੀਆਂ ਚੀਜ਼ਾਂ, ਉਹਨਾਂ ਦੀ ਮਨੀ ਕਰ ਲਓ ਜਾਂ ਉਹਨਾਂ ਦਾ ਸਟੇਟਸ ਕਹਿ ਲਓ, ਉਹ ਆਟੋਮੈਟਿਕਲੀ ਉਸ ਬੱਚੇ ਨੂੰ ਦਿੱਤਾ ਜਾਂਦਾ, ਉਹਨੂੰ ਉਸ ਚੀਜ਼ ਵਾਸਤੇ ਅਰਨ ਨਹੀਂ ਕਰਨਾ ਪੈਂਦਾ, ਉਹਨੂੰ ਦਿੱਤਾ ਜਾਂਦਾ। ਸੋ ਸੇਮ ਥਿੰਗ ਜਦੋਂ ਆਪਾਂ ਪਰਮੇਸ਼ਵਰ ਨੂੰ ਬਿਲੀਵ ਕਰਨਾ ਸ਼ੁਰੂ ਕਰ ਦਿੰਦੇ ਆ, ਆਪਾਂ ਨੂੰ ਉਹਦੀ ਪਵਿੱਤਰ ਆਤਮਾ ਦੀ ਹਜ਼ੂਰੀ ਮਿਲ ਜਾਂਦੀ ਆ,
ਤਾਂ ਆਪਾਂ ਨੂੰ ਇਨਹੈਰੀਟੈਂਸਲੀ ਇਹ ਰਾਈਟ ਮਿਲ ਜਾਂਦਾ ਕਿ ਵੀ ਕੈਨ ਕਾਲ ਹਿਮ ਆਵਰ ਫਾਦਰ, ਰਾਈਟ। ਔਰ ਆਪਾਂ ਨੂੰ ਵੀ ਪਤਾ ਕਿ ਜਦੋਂ ਆਪਾਂ ਨੂੰ ਕਿਸੇ ਨੂੰ ਆਪਾਂ ਫਾਦਰ ਕਹਿੰਦੇ, ਇਟਸ ਪਲੇਜ਼ ਅ ਬਿਗ ਰੋਲ। ਬਹੁਤ ਵੱਡੀ ਇਸ ਚੀਜ਼ ਦੀ ਇੰਪੋਰਟੈਂਸ ਹੈਗੀ ਆ ਕਿ ਕੱਲ ਨੂੰ ਜਦੋਂ ਕੋਈ ਵੀ ਚੀਜ਼ ਦੀ ਪ੍ਰੋਬਲਮ ਆਉਂਦੀ, ਸਭ ਤੋਂ ਪਹਿਲਾਂ ਆਪਾਂ ਆਪਣੇ ਪੇਰੈਂਟਸ ਕੋਲ ਹੀ ਜਾਂਦੇ ਆ। ਸੋ ਸੇਮ ਥਿੰਗ, ਜਦੋਂ ਆਪਾਂ ਨੂੰ ਕੋਈ ਚੀਜ਼ ਬੋਦਰ ਕਰਦੀ ਆ, ਕੁਛ ਕਰਦੀ, ਜਦੋਂ ਆਪਾਂ ਦੁਆ ਦੇ ਵਿੱਚ ਆਪਣੇ ਪਰਮੇਸ਼ਵਰ ਦੇ ਕੋਲੇ ਜਾਂਦੇ ਆ, ਵੀ ਹੈਵ ਦੈਟ ਰਾਈਟ। ਆਪਾਂ ਨੂੰ ਉਹ ਚੀਜ਼ਾਂ ਅਰਨ ਨਹੀਂ ਕਰਨੀਆਂ ਪਈਆਂ, ਵੀ ਆਰ ਬਲੈਸਡ ਕਿ ਆਪਾਂ ਨੂੰ ਇਨਹੈਰੀਟੈਂਸ ਦੇ ਵਿੱਚ ਮਿਲ ਗਿਆ। ਫਿਰ ਉਦੋਂ ਅੱਗੇ ਲਿਖਿਆ, ਪਰਮੇਸ਼ਵਰ ਦਾ ਆਤਮਾ ਸਾਡੀਆਂ ਆਤਮਾ ਦੇ ਨਾਲ ਮਿਲ ਕੇ ਸਾਡੀ ਸਾਖੀ ਭਰਦਾ ਹੈ ਕਿ ਅਸੀਂ ਉਸ ਦੀ ਸੰਤਾਨ ਹਾਂ। ਸੋ ਫਿਰ ਜੇਕਰ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ ਤਾਂ ਉਸ ਦੀਆਂ ਅਸੀਸਾਂ ਦੇ ਵਾਰਿਸ ਹੀ ਹਾਂ। ਇਸ ਲਈ ਕਿ ਅਸੀਂ ਪਰਮੇਸ਼ਵਰ ਦੇ ਵਾਰਿਸ ਹਾਂ, ਅਸੀਂ ਮਸੀਹ ਦੇ ਨਾਲ ਪਰਮੇਸ਼ਵਰ ਦੀਆਂ ਅਸੀਸਾਂ ਦੇ ਵੀ ਹਿੱਸੇਦਾਰ ਹਾਂ। ਸੋ ਇਹ ਨਹੀਂ ਹੈਗਾ ਕਿ ਪਰਮੇਸ਼ਵਰ ਨੇ ਜੇ ਆਪਣੇ ਲਈ ਜਾਨ ਦੇਤੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਮੇਰੇ ਵਾਂਗੂ ਹੀ ਤੁਸੀਂ ਕਰਨਾ। ਯੈਸ, ਹੀ ਵਾਂਟਸ ਅਸ ਟੂ ਬੀ ਲਾਈਕ ਹਿਮ, ਬਟ ਆਪਾਂ ਨੂੰ ਇਹ ਜੋ ਚੀਜ਼ ਸੀ, ਬਲੈਸਿੰਗ ਸੀ, ਇਟਰਨਲ ਲਾਈਫ ਸੀ, ਉਹ ਆਪਾਂ ਨੂੰ ਸਪਿਰਿਟ ਦੇ ਥਰੂ ਮਿਲ ਗਈ। ਸੋ ਹੁਣ ਜਦੋਂ ਪਰਮਾਤਮਾ ਆਪਾਂ ਨੂੰ ਦੇਖਦਾ, ਆਪਾਂ ਨੂੰ ਇਹ ਨਹੀਂ ਦੇਖਦਾ ਕਿ ਆਪਾਂ ਕੀ ਪਾਪ ਕੀਤੇ ਜਾਂ ਕੀ ਕੀਤਾ। ਉਹ ਜਦੋਂ ਆਪਾਂ ਜੀਸਸ ਨੂੰ ਮੰਨਣ ਲੱਗਦੇ ਆ, ਜੀਸਸ ਦੇ ਨਾਮ ਦੇ ਵਿੱਚ ਬਿਲੀਵ ਕਰਨਾ ਸ਼ੁਰੂ ਕਰ ਦਿੰਦੇ ਆ, ਜਦੋਂ ਆਪਣੇ ਉੱਤੇ ਪਵਿੱਤਰ ਆਤਮਾ ਆ ਜਾਂਦਾ, ਸੋ ਆਪਣੇ ਉੱਤੇ he sees us through Jesus। ਜਿਵੇਂ ਆਪਣੇ ਸਾਹਮਣੇ ਇਹ ਹੈਗਾ ਕਿ ਪਰਮੇਸ਼ਵਰ ਆਪਣੇ ਮੂਹਰੇ ਆ ਕੇ ਖੜ ਜਾਂਦੇ ਆ। ਸੋ ਜੋ ਪਰਮਾਤਮਾ ਆਪਾਂ ਨੂੰ ਦੇਖਦਾ, ਉਹ ਜੀਸਸ ਦੇ ਥਰੂ ਆਪਾਂ ਨੂੰ ਦੇਖਦਾ, ਆਪਾਂ ਨੂੰ ਇਸ ਤਰੀਕੇ ਨਾਲ ਨਹੀਂ ਦੇਖਦਾ ਕਿ ਆਪਾਂ ਕਿੱਦਾਂ ਦੇ ਲੱਗਦੇ। ਸੋ ਇਹ ਜੋ ਚੀਜ਼ਾਂ ਮੈਨੂੰ ਸਮਝੀਆਂ, ਉਸ ਤੋਂ ਬਾਅਦ ਚ ਮੈਨੂੰ ਇੱਕ ਹੋਰ ਚੀਜ਼ ਆਈ, ਜਿਹੜਾ ਦਾ ਲਾਸਟ ਵਰਸ ਇਹ ਕੰਪਲੀਟ ਕਰਦਾ, ਉਹ ਇਹ ਵੀ ਆ ਕਿ ਜੇ ਆਪਾਂ ਨੂੰ ਉਹਨੇ ਇਸ ਚੀਜ਼ ਦਾ ਰਾਈਟ ਦਿੱਤਾ ਨਾ ਕਿ we are called his kids, ਉਹਨੇ ਆਪਾਂ ਨੂੰ ਇੱਕ ਰਿਸਪੌਂਸਿਬਿਲਿਟੀ ਵੀ ਦਿੱਤੀ ਆ, ਰਾਈਟ, ਜਿਹਦੇ ਵਿੱਚ ਇਹ ਹੈਗਾ ਕਿ ਅਗਰ ਆਪਾਂ ਉਹਦੀਆਂ ਅਸੀਸਾਂ ਦੇ ਨੂੰ ਵੀ ਲੈਣੇ ਆ, ਇਨਹੈਰੀਟੈਂਸ ਹੋਈ ਆ, ਤਾਂ ਆਪਣੀ ਵੀ ਰਿਸਪੌਂਸਿਬਿਲਿਟੀ ਆ ਕਿ ਆਪਾਂ ਦੂਜਿਆਂ ਦੇ ਕੋਲੇ ਵੀ ਪਰਮੇਸ਼ਵਰ ਦਾ ਇਸ ਵਚਨ ਨੂੰ ਲੈ ਕੇ ਜਾਈਏ, ਤਾਂ ਕਿ ਹਰ ਇੱਕ ਬੰਦਾ ਇਸ ਚੀਜ਼ ਨੂੰ ਬਿਲੀਵ ਕਰ ਸਕੇ। ਸੋ ਜਿਹੜਾ ਥਰਡ ਪੁਆਇੰਟ ਹੈਗਾ, ਉਹ ਮੈਂ ਸਿਰਫ ਇੱਕ ਵੇ ਪੁਆਇੰਟ ਮੇਰੇ ਲਈ ਇਹੀ ਸੀ ਕਿ ਰਾਈਟ, we are his family, nobody can change us, even for us when our kids say something to us or we say something to our parents, ਉਹਦੇ ਚ ਨਾ ਆਪਣਾ ਰਿਸ਼ਤਾ ਖਤਮ ਨਹੀਂ ਹੁੰਦਾ। Yes, it hurts, but it's okay, we move on। ਆਪਣਾ ਪਿਆਰ ਉਸ ਚੀਜ਼ ਲਈ ਖਤਮ ਨਹੀਂ ਹੁੰਦਾ। ਸੋ ਮੈਨੂੰ ਇਹ ਜਦੋਂ ਮੈਂ ਵਰਡਸ ਸਾਰੇ ਪੜ੍ਹ ਕੇ ਨਾ, I had a different type of peace in my heart, and I wanted to share this with everybody, because the world that we live in, there's so many people around you who doesn't know the Lord, will say something and that will put you down, but you have to think कि ਆਪਾਂ ਇਹਨੂੰ ਫੋਕਸ ਕਰਨਾ ਕਿ ਉਹ ਆਪਾਂ ਨੂੰ ਕੀ ਕਹਿ ਰਹੇ ਆ, ਕਿ ਆਪਣਾ ਹੈਵਨਲੀ ਫਾਦਰ ਆਪਣੇ ਲਈ ਕੀ ਸੋਚਦਾ। ਸੋ ਉੱਥੇ ਮੈਨੂੰ ਇੱਕ ਲਾਸਟ ਪੁਆਇੰਟ ਮੇਰਾ ਜਿਹੜਾ ਸਿਰਫ ਟੇਕ ਅਵੇ ਸ਼ੁਰੂ ਕਰਨਾ, ਤੁਸੀਂ ਆਈ ਡੋਨਟ ਨੋ ਤੁਸੀਂ ਕਿਸੇ ਨੇ ਉਹ ਮੂਵੀ ਦੇਖੀ ਹੋਊਗੀ ਜਿਹਦੇ ਵਿੱਚ ਇੱਕ ਰੱਸੀ ਦੇ ਉੱਤੇ ਇੱਕ ਬੰਦਾ ਤੁਰਦਾ ਪਿਆ ਸੀ, ਉਹਦਾ ਸਿਰਫ ਧਿਆਨ ਨੰਬਰ ਜਮਾ ਸਾਹਮਣੇ ਟੌਪ ਦੇ ਉੱਤੇ ਸੀਗਾ ਕਿ ਆਮ ਗੋਨਾ ਗੋ ਦੈਟ ਫਾਰ। ਉਹ ਜਿੰਨੀ ਦੇਰ ਤੱਕ ਉਹ ਥੱਲੇ ਨਹੀਂ ਦੇਖਿਆ, ਉਨੀ ਦੇਰ ਤੱਕ ਉਹ ਡਰਿਆ ਨਹੀਂ। ਅਗਰ ਆਪਾਂ ਵੀ ਆਪਦੀਆਂ ਨਿਗਾਹਾਂ ਪਰਮੇਸ਼ਵਰ ਦੇ ਉੱਤੇ ਲਾ ਕੇ ਤੁਰਨਾ ਸ਼ੁਰੂ ਕਰ ਦਈਏ, ਇਹ ਸੋਚਣਾ ਸ਼ੁਰੂ ਕਰ ਦਈਏ ਕਿ ਉਹ ਆਪਣੇ ਲਈ ਉਹ ਕੀ ਸੋਚਦਾ ਪਿਆ, ਆਪਾਂ ਨੂੰ ਉਹ ਕਿੱਦਾਂ ਦਾ ਬਣਾਉਣਾ ਚਾਹੁੰਦਾ, ਫਿਰ ਜੋ ਦੁਨੀਆ ਬੋਲੂਗੀ ਉਹ ਆਪਾਂ ਨੂੰ ਉਹਦੇ ਵਾਸਤੇ ਆਪਾਂ ਨੂੰ ਇੰਨਾ ਵਰੀ ਕਰਨ ਦੀ ਲੋੜ ਨਹੀਂ ਪੈਣੀ, ਔਰ ਨਾ ਹੀ ਉਹ ਚੀਜ਼ ਆਪਾਂ ਨੂੰ ਇਫੈਕਟ ਕਰੂਗੀ। That's all I have